ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਸ਼ੋਅ ਜਿਹੜਾ ਅਸੀਂ ਦੇਸ਼ ਪ੍ਰਦੇਸ਼ ਕਰਨ ਜਾ ਰਹੇ ਹਾਂ, ਗੱਲਬਾਤ ਇਹਦੇ ਵਿੱਚ ਯੂਕੇ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ, ਆਸਟ੍ਰੇਲੀਆ ਨੂੰ ਲੈ ਕੇ ਕਰਾਂਗੇ। ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਹਿੱਸਾ ਬਣ ਸਕਦੇ ਹੋ। ਕਰਨਾ ਕੀ ਹੈ, ਕਾਲ ਕਰਨੀ ਉਸ ਨੰਬਰ 'ਤੇ ਜਿਹੜਾ ਤੁਹਾਡੇ ਸਕਰੀਨ 'ਤੇ ਡਿਸਪਲੇ ਹੋ ਰਿਹਾ। ਉਸ ਕਾਲ ਕਰਕੇ ਤੁਸੀਂ ਆਪਣਾ ਸਵਾਲ ਡਾਇਰੈਕਟਲੀ ਸਾਡੇ ਐਕਸਪਰਟ ਤੱਕ ਸਾਂਝਾ ਕਰ ਸਕਦੇ ਹੋ। ਅੱਜ ਦੀ ਜਿਹੜੀ ਸਿਨੈਰੀਓ ਚੱਲ ਰਿਹਾ, ਕਨਫਿਊਜ਼ਨਸ ਨੇ ਤੁਹਾਡੇ ਮਨ ਦੇ ਵਿੱਚ ਕੁਝ ਵੀ, ਉਹ ਸ਼ੇਅਰ ਕਰ ਸਕਦੇ ਹੋ। ਭਾਜੀ ਜਿਹੜੇ ਅੱਜ ਐਕਸਪਰਟਸ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਨਾਲ ਤੁਹਾਨੂੰ ਮਿਲਾ ਦਿੰਦੇ ਆ। ਉਹਨੇ ਜੀ ਗੌਰਵ ਤਲਵਾਰ, ਸੈਟਲਿੰਗ ਅਬਰਾਡ ਤੋਂ। ਭਾਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਭਾਜੀ ਕਿਵੇਂ ਅੱਜ ਦਾ ਸਿਨੈਰੀਓ ਦੇਖ ਰਹੇ ਹੋ? ਕਿਉਂਕਿ ਯੂਕੇ ਨੇ ਤਾਂ ਕਾਫੀ ਵੀਜ਼ਾ ਦੇਣੇ ਸ਼ੁਰੂ ਕੀਤੇ, ਬਿਲਕੁਲ। ਟਰੈਵਲ ਵੀ ਕਈਆਂ ਨੇ ਸ਼ੁਰੂ ਕਰ ਦਿੱਤਾ। ਬਿਲਕੁਲ ਸਾਰਾ ਸਿਨੈਰੀਓ ਯੂਕੇ ਬਾਰੇ ਥੋੜਾ ਜਾਣਨਾ ਚਾਹੀਦਾ। ਦੇਖੋ, ਯੂਕੇ ਇਸ ਸਮੇਂ ਅਗਰ ਅਸੀਂ ਕਹੀਏ ਕਿ ਪੋਜ਼ਿਟਿਵ ਰਿਜ਼ਲਟਸ ਦੀ ਗੱਲ ਕਰੀਏ ਤਾਂ ਯੂਕੇ ਇਸ ਸਮੇਂ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਦੇ ਰਹੇ ਹੈ। ਦੂਜੀ ਚੀਜ਼, ਸਿਲੈਕਸ਼ਨ ਆਫ ਐਜੂਕੇਸ਼ਨ ਪ੍ਰੋਵਾਈਡਰ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ, ਕਿਉਂਕਿ ਤੁਹਾਡੇ ਕੀ ਫੰਡਸ ਇਨਕਮ ਪ੍ਰੂਫ ਕਿੰਨਾ ਹੈ। ਮੈਂ ਫਿਰ ਬਾਰ-ਬਾਰ ਇੱਕ ਗੱਲ, ਯੂਕੇ ਵਿੱਚ ਜੋ ਟਰਨਿੰਗ ਪੁਆਇੰਟ ਜਾਂ ਯੂਕੇ ਦੇ ਵਿੱਚ ਜੋ ਤੁਹਾਨੂੰ ਵੀਜ਼ਾ ਅਗਰ ਨਹੀਂ ਤੁਹਾਡਾ ਆ ਪਾ ਰਿਹਾ ਜਾਂ ਕੈਸ਼ ਨਹੀਂ ਆ ਪਾ ਰਿਹਾ, ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਜਾਂ ਤੁਸੀਂ ਅੰਬੈਸੀ ਦੀ ਇੰਟਰਵਿਊ ਤੋਂ ਬਚਣਾ ਚਾਹੁੰਦੇ ਹੋ ਤਾਂ ਉਹਦਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਇਹ ਕੌਨਫਿਗਰ ਕਰਨਾ ਹੈ ਕਿ ਤੁਸੀਂ ਕਿੰਨੀ ਡਿਪੋਜ਼ਿਟ ਯੂਨੀਵਰਸਿਟੀ ਨੂੰ ਦੇਣੀ ਹੈ। ਮੈਂ ਫਿਰ ਦੱਸਿਆ ਕਿੰਨੀ ਮਰਜ਼ੀ ਐਡ ਆਏ ਕਿ 2 ਲੱਖ ਵਿੱਚ ਯੂਕੇ ਜਾਓ, 4 ਲੱਖ ਵਿੱਚ ਜਾਓ, 6 ਲੱਖ ਵਿੱਚ ਜਾਓ, ਇਹ ਸੰਭਵ ਨਹੀਂ ਹੈ। ਕਿਉਂਕਿ ਅਗਰ ਦੇਖਿਆ ਜਾਏ ਤਾਂ ਤੁਸੀਂ ਬੈਚਲਰ ਹੋ ਤਾਂ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਦੇ ਵਿੱਚ ਤਾਂ ਤੁਹਾਡੀ ਇੰਸ਼ੋਰੈਂਸ ਹੀ ਬਣ ਜਾਂਦੀ ਹੈ। ਸੈਕਿੰਡ ਚੀਜ਼, ਚਾਹੇ ਡਿਪੋਜ਼ਿਟ ਮੈਂ 1000 GBP ਦੇ ਦਾਂ, 2000 GBP ਦੇ ਦਾਂ, ਨਾ ਦੇਵਾਂ, ਬਟ ਆਫਟਰ ਵੀਜ਼ਾ ਬਿਫੋਰ ਟਰੈਵਲਿੰਗ ਮੈਨੂੰ ਪੂਰੀ ਫੀਸ ਜੋ ਹੈ ਉਹ ਯੂਨੀਵਰਸਿਟੀ ਨੂੰ ਦੇਣੀ ਪਏਗੀ, ਚਾਹੇ ਉਹ 11,000 ਹੈ, ਚਾਹੇ ਉਹ 9,000 ਹੈ, ਚਾਹੇ ਉਹ 13,000 ਹੈ। ਦੂਜੀ ਚੀਜ਼, ਇਹਦੇ ਵਿੱਚ ਇੱਕ ਬੈਨੀਫਿਟ, ਅਗਰ ਤੁਸੀਂ ਸੈਟਲਿੰਗ ਕੋਲ ਆਉਂਦੇ ਹੋ ਤਾਂ ਬੈਨੀਫਿਟ ਇਹ ਹੈ ਕਿ ਅਸੀਂ ਤੁਹਾਨੂੰ ਤੁਸੀਂ ਜਾਓ, ਬੜੇ ਸਾਰੇ ਲੋਕ ਜੋ ਬਹੁਤ ਸਾਰੇ ਕੰਸਲਟੈਂਟਸ ਯੂਕੇ ਨੂੰ ਪ੍ਰਮੋਟ ਕਰ ਰਹੇ ਆ, ਯੂਨੀਵਰਸਿਟੀਜ਼ ਦੀ ਅਸੈਸਮੈਂਟ ਲਓ, ਅਸੀਂ ਤੁਹਾਨੂੰ ਬੈਸਟ ਸਕਾਲਰਸ਼ਿਪ ਆਫਰ ਕਰ ਸਕਦੇ ਹਾਂ ਜੋ 1000 ਤੋਂ ਲੈ ਕੇ 4000 ਤੱਕ ਹੈ ਬੇਸਿਕ, ਜਿਹਦੇ ਵਿੱਚ ਅਸੀਂ ਤੁਹਾਡਾ ਬੈਨੀਫਿਟ ਕਰ ਸਕਦੇ ਹਾਂ। ਕਿਉਂਕਿ ਮੈਂ ਇਸ ਗੱਲ ਨੂੰ ਕਹਿ ਕੇ ਤੁਹਾਨੂੰ ਕਹਿਦਾ ਕਿ ਤੁਸੀਂ ਮੇਰੇ ਕੋਲ ਆਓ, ਮੈਂ ਕਹੂੰ ਜੀ 12,000 ਫੀਸ ਹੈ, ਤੁਸੀਂ 2000 ਵਿੱਚ ਜਾਓ ਜੀ, 2 ਲੱਖ ਵਿੱਚ ਜਾਓ, ਯਾਨੀ ਉਹ ਯੂਨੀਵਰਸਿਟੀ ਨੇ ਸ਼ਾਇਦ ਮੇਰੇ ਤੋਂ ਡਿਪੋਜ਼ਿਟ ਨਹੀਂ ਲੈਣਾ, 2 ਲੱਖ ਸਿਰਫ ਖਰਚਾ ਹੈ ਤੁਹਾਡੀ ਇੰਸ਼ੋਰੈਂਸ ਦਾ, ਤੁਹਾਡੀ ਅੰਬੈਸੀ ਫੀਸ ਦਾ, ਵੀਜ਼ਾ ਤੋਂ ਬਾਅਦ ਕਹਾਂ ਇਹ ਲੋ ਜੀ ਤੁਸੀਂ ਵੀਜ਼ਾ ਆ ਗਿਆ, ਹੁਣ 12,000 ਭਰ ਦਿਓ, ਗੱਲ ਉੱਥੇ ਹੀ ਆਣੀ ਹੈ। ਤੁਸੀਂ ਕਈ ਤਾਂ ਕਹਿ ਰਹੇ ਵੀ ਤੁਸੀਂ 3 ਮਹੀਨੇ ਦੀ ਫੀਸ ਭਰ ਕੇ ਟਰੈਵਲ ਕਰ ਸਕਦੇ ਹੋ, ਕੋਈ ਕਹਿੰਦਾ 6 ਮਹੀਨੇ ਦੀ ਫੀਸ ਭਰ ਕੇ ਟਰੈਵਲ ਕਰ ਸਕਦੇ ਹੋ। ਉਹ ਕੀ ਸਿਸਟਮ? ਸੁਪਨੇ ਦੇ ਵਿੱਚ ਜ਼ਰੂਰ ਟਰੈਵਲ ਕਰ ਸਕਦੇ ਹੋ ਕਿ ਮੈਂ ਯੂਕੇ ਪਹੁੰਚ ਗਿਆ, ਬਟ ਤੁਸੀਂ ਔਨ ਐਨ ਐਕਚੁਅਲ ਇੱਕ ਬੰਦਾ, ਤੁਸੀਂ ਕਿਸੇ ਦੀ ਗੱਲ ਵਿੱਚ ਆਉਣ ਦੀ ਜ਼ਰੂਰਤ ਨਹੀਂ, ਤੁਸੀਂ ਆਪਦੇ ਨੇੜੇ ਤੇੜੇ ਜਿੰਨੇ ਲੋਕ ਯੂਕੇ ਗਏ ਹੈ ਉਹ ਸਾਰਿਆਂ ਨੂੰ ਪੁੱਛੋ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਗਏ ਹੋ ਔਰ ਕਿੰਨੇ ਪੈਸੇ ਭਰ ਕੇ ਗਏ, ਤਾਂ ਇੱਕ ਵੀ ਬੰਦਾ ਤੁਸੀਂ ਲੈ ਕੇ ਆਓ ਜੋ ਇਹ ਕਹੇ ਕਿ ਮੈਂ ਪੂਰੀ ਫੀਸ ਭਰੇ ਬਗੈਰ ਸਿਰਫ 3 ਮਹੀਨੇ ਦੀ ਫੀਸ ਭਰ ਕੇ ਤੇ ਟਰੈਵਲ ਕਰ ਗਿਆ, ਲੋਕਡਾਊਨ ਤੋਂ ਪਹਿਲੇ ਵੀ ਔਰ ਲੋਕਡਾਊਨ ਦੇ ਬਾਅਦ ਵੀ, ਇਹ ਪੋਸੀਬਲ ਹੀ ਨਹੀਂ ਹੈ। ਦੂਜੀ ਚੀਜ਼ ਇਹ ਜ਼ਰੂਰ ਹੈ ਕਿ 11,000 ਅਗਰ ਤੁਹਾਡੀ ਫੀਸ ਹੈ, ਮੈਂ 4-4000 GBP ਵੀ ਬੱਚਿਆਂ ਨੂੰ ਸਕਾਲਰਸ਼ਿਪ ਦਵਾਈ ਹੈ, ਮਤਲਬ ਤੁਸੀਂ 7,000 8,000 ਭਰ ਕੇ ਚਲੇ ਗਏ, ਤਾਂ ਉਹਨੂੰ ਕੰਪੇਅਰ ਕਰ ਸਕਦੇ ਹੋ ਕਿ ਇੱਕ ਬੰਦਾ 7 ਲੱਖ ਵਿੱਚ ਫੀਸ ਇਕੱਲੀ ਭਰ ਕੇ ਚਲਾ ਗਿਆ ਜਾਂ 8 ਲੱਖ ਵਿੱਚ, ਬਟ ਉਸ ਤੋਂ ਬਾਅਦ ਖਰਚੇ ਬਹੁਤ ਨੇ, ਇੰਸ਼ੋਰੈਂਸ ਹੈ, ਅੰਬੈਸੀ ਫੀਸ ਹੈ, ਇਹ ਸਾਰੀ ਚੀਜ਼ਾਂ ਨੇ, ਫੰਡਸ ਤੁਸੀਂ ਕਰਨੇ ਹੈ, ਫੰਡਸ 28 ਦਿਨ ਪੁਰਾਣੇ ਚਾਹੀਦੇ ਹੈ। ਦੂਜੀ ਚੀਜ਼, ਇੱਕ ਨਾ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ, ਕੈਸ਼ ਨਹੀਂ ਆ ਰਹੀ, ਉਹਦੀ ਮੈਂ ਸਮਝਾਦਾ। ਕੈਸ਼ ਦੀ ਇੱਕ ਬੜੀ ਸਿੰਪਲ ਜੋ ਕੈਲਕੂਲੇਸ਼ਨ ਹੈ, ਅਗਰ ਤੁਸੀਂ ਕੈਸ਼ ਅਪਲਾਈ ਕਰ ਰਹੇ ਹੋ, ਕਈ ਵਾਰੀ ਤੁਹਾਡੇ ਫੰਡਸ ਜੋ ਹੈ ਉਹ ਪੂਰੇ ਨਹੀਂ ਹੁੰਦੇ, ਜੇ ਤੁਹਾਡੀ ਲਿਵਿੰਗ ਐਕਸਪੈਂਸ ਪਲੱਸ ਜਿੰਨੀ ਫੀਸ ਤੁਸੀਂ ਧਾਰਤੀ ਉਸ ਤੋਂ ਇਲਾਵਾ ਜੋ ਫੀਸ ਬਚ ਗਈ, ਉਨੇ ਫੰਡਸ ਤੁਸੀਂ ਅਗਰ ਉਹਦੇ ਵਿੱਚ 50 GBP ਵੀ ਘੱਟ ਹੋਣਗੇ ਤਾਂ ਕੈਸ਼ ਨਹੀਂ ਆਊਗੀ। ਕੈਸ਼ ਲਈ ਤੁਹਾਨੂੰ ਪ੍ਰੋਪਰ ਫੰਡਸ ਦਿਖਾਣੇ ਪੈਣਗੇ। ਜਿਹੜੇ ਅਪਲਾਈ ਕਰ ਰਹੇ ਨੇ ਇਟ ਮੀਨਸ ਉਹਨਾਂ ਨੂੰ ਪਤਾ ਨਹੀਂ ਸਿਸਟਮ ਕੈਸ਼ ਲੈਣ ਦਾ, ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਐਕਚੁਅਲੀ ਕੀ ਹੁੰਦਾ ਅਮਨ ਜੀ, ਜੋ ਲੋਕ ਅਪਲਾਈ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਕੈਲਕੂਲੇਟਿਵ ਨਹੀਂ ਹੁੰਦੇ ਕਈ ਵਾਰ, ਫਿਰ ਬੱਚਾ ਮਹੀਨਾ 2-2 ਮਹੀਨੇ ਟੱਕਰਾ ਮਾਰਦਾ ਰਹਿੰਦਾ, ਮੇਰੀ ਕੈਸ਼ ਨਹੀਂ ਆ ਰਹੀ, ਮੇਰੀ ਕੈਸ਼ ਨਹੀਂ ਆ ਰਹੀ। ਉਹ ਇਸੇ ਲਈ ਨਹੀਂ ਆਉਂਦੀ ਕਿ ਜੋ ਕੈਲਕੂਲੇਸ਼ਨ ਕਰਕੇ ਭੇਜਦਾ ਔਰ ਜੋ ਕੈਲਕੂਲੇਸ਼ਨ ਯੂਨੀਵਰਸਿਟੀ ਨੂੰ ਚਾਹੀਦੀ ਹੈ ਉਹਦੇ ਵਿੱਚ ਕਈ ਵਾਰ 50-100 ਪਾਉਂਡ ਦਾ ਵੀ ਫਰਕ ਹੋਵੇ ਤਾਂ ਵੀ ਕੈਸ਼ ਨਹੀਂ ਇਸ਼ੂ ਹੁੰਦੀ। ਅੱਛਾ, ਇਹ ਵੀ ਇੱਕ ਟੈਕਨੀਕਲ ਪੁਆਇੰਟ ਹੈ, ਜੇ 100 ਪਾਉਂਡ ਦਾ ਵੀ ਫਰਕ ਆ ਗਿਆ ਤਾਂ ਕੈਸ਼ ਨਹੀਂ ਆਊਗੀ। ਦੂਜਾ,
ਤੁਸੀਂ ਕੈਸ਼ ਲਈ ਜਿਹੜੇ ਡਾਕੂਮੈਂਟ ਅਪਲੋਡ ਕਰਤੇ ਉਹੀ ਡਾਕੂਮੈਂਟ ਤੁਹਾਨੂੰ ਹਾਈ ਕਮਿਸ਼ਨ ਲੈ ਕੇ ਜਾਣੇ ਪੈਣਗੇ। ਕਈ ਵਾਰੀ ਕੀ ਹੁੰਦਾ ਏਜੰਟਸ ਕੁਝ ਐਡਿਟ ਕਰਕੇ ਕੈਸ਼ ਲਈ ਅਪਲੋਡ ਕਰ ਦਿੰਦੇ ਨੇ, ਮੁੜ ਕੇ ਬੱਚਾ ਡਾਕੂਮੈਂਟ ਕੋਈ ਹੋਰ ਲੈ ਕੇ ਚਲਾ ਜਾਂਦਾ ਉਹ ਡਾਕੂਮੈਂਟ ਉੱਥੋਂ ਕਾਲਜ ਯੂਨੀਵਰਸਿਟੀ ਤੋਂ ਐਮਬੈਸੀ ਆਲਰੇਡੀ ਹੁੰਦੇ ਆ ਪਹਿਲੇ ਹੀ ਹੁੰਦੇ ਕਿਉਂਕਿ ਕੈਸ਼ ਉੱਥੋਂ ਇਸ਼ੂ ਹੁੰਦਾ। ਫਿਰ ਉਹਦੇ ਵਿੱਚ ਅਗਰ ਮੈਂ ਤਾਂ ਉਸ ਵਿੱਚ ਤੁਹਾਨੂੰ ਬੈਨ, ਰਿਫਿਊਜ਼ਲ ਇਹ ਸਭ ਕੁਝ ਲੱਗ ਸਕਦਾ। ਅਗਰ ਬੈਨ ਲੱਗ ਗਿਆ ਤਾਂ ਫੀਸ ਵੀ ਵਾਪਸ ਨਹੀਂ ਆਊਗੀ। ਤਾਂ ਇਹ ਬੜੀ ਸਾਰੀ ਚੀਜ਼ਾਂ ਨੇ ਯੂਕੇ ਨੂੰ ਲੈ ਕੇ। ਦੂਜੀ ਚੀਜ਼, ਅਗਰ ਤੁਸੀਂ ਵਿਦਆਊਟ ਆਇਲਸ ਹੋ ਔਰ ਤੁਸੀਂ ਯੂਨੀਵਰਸਿਟੀ ਨੇ ਇੰਟਰੋਡਕਸ਼ਨ ਰਾਊਂਡ ਜ਼ਰੂਰ ਲਏ ਤੁਹਾਡਾ, ਕਿਉਂਕਿ ਕਈ ਵਾਰੀ ਜਦੋਂ ਅਸੀਂ ਫਾਈਲ ਕੈਸ਼ ਲਾ ਦਿੰਦੇ ਹਾਂ ਔਰ ਉਸ ਤੋਂ ਬਾਅਦ ਫੰਡਸ ਵੀ ਅਸੀਂ ਅਕਾਊਂਟ ਜਲਦੀ ਖੁੱਲ੍ਹਿਆ ਹੁੰਦਾ ਹੈ, ਉਸ ਤੋਂ ਬਾਅਦ ਸਾਨੂੰ 28 ਦਿਨ ਪੁਰਾਣੇ ਫੰਡਸ ਹੁੰਦੇ ਆ, ਪਿਛਲੀ ਕੋਈ ਹਿਸਟਰੀ ਨਹੀਂ ਹੁੰਦੀ ਪੈਸਿਆਂ ਦੀ, ਸਾਡੇ ਕੋਲ ਰਿਟਰਨਸ 2.5-3 ਲੱਖ ਦੀਆਂ ਨੇ ਸਿਰਫ, ਤਾਂ ਇਸ ਕੇਸ ਵਿੱਚ ਅੰਬੈਸੀ ਇੰਟਰਵਿਊ ਲੈ ਲੈਂਦੀ ਹੈ ਬੱਚੇ ਤੋਂ। ਤਾਂ ਉਹ ਬੜਾ ਪ੍ਰੋਬਲਮ ਕਈ ਵਾਰ ਬੱਚੇ ਲਈ ਆ ਜਾਂਦੀ ਹੈ। ਹੁਣ ਫੰਡਸ ਵਿੱਚ ਵੀ ਇਹ ਹੈ ਕਿ ਬੱਚਾ ਨੂੰ ਫੰਡਸ ਵਿੱਚ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿੱਥੇ ਬੈਂਕ ਅਕਾਊਂਟ ਹੈ, ਕਿੰਨੇ ਫੰਡਸ ਹੈ, ਜਿਹੜੀ ਐਂਟਰੀ ਹੈ ਉਹਦਾ ਸੋਰਸ ਕੀ ਹੈ, ਉਹ ਸਾਰਾ ਕੁਝ ਪਤਾ ਹੋਣਾ ਚਾਹੀਦਾ। ਕਿਉਂਕਿ ਕਿਸੇ ਵੀ ਮੂਮੈਂਟ 'ਤੇ ਅੰਬੈਸੀ ਨੇ ਤੁਹਾਨੂੰ ਕਾਲ ਕਰ ਲਿਆ, ਤੁਹਾਨੂੰ ਨਹੀਂ ਪਤਾ ਹੋਏਗਾ, ਦੈਨ ਯੂ ਫੇਸ ਰਿਫਿਊਜ਼ਲ, ਫਿਰ ਬੜਾ ਸਾਰਾ ਨੁਕਸਾਨ ਹੋ ਜਾਏਗਾ ਤੁਹਾਡਾ ਜੀ। 1 ਅਕਤੂਬਰ ਵੀ ਸ਼ੁਰੂ ਹੋ ਗਿਆ ਜੀ, ਇੱਕ ਤਰ੍ਹਾਂ ਲਾ ਲਈਏ ਆਪਾਂ। ਬਿਲਕੁਲ। ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਜੀ 5 ਅਕਤੂਬਰ ਤੋਂ ਚੇਂਜਿਸ ਨੇ, ਉਹਨਾਂ ਬਾਰੇ ਕੀ ਦੱਸਣਾ ਚਾਹੁੰਦੇ ਜੀ? ਦੇਖੋ ਹਾਲੇ ਜੈਨ ਦੀ ਆਫਰਸ ਆ ਰਹੀਆਂ, ਠੀਕ ਹੈ, ਜਿਸ ਦਿਨ ਇਵਨ ਦੈਟ 50 ਪੁਆਇੰਟਸ ਹੁਣ ਕਾਊਂਟ ਹੋਣਗੇ ਜਾਂ ਜਿਹੜੇ 70 ਪੁਆਇੰਟ ਕਰਤੇ ਜਾਂ ਉਸ ਪਹਿਲੇ ਵਾਲੇ 40 ਹੀ ਰਹਿਣੇ ਆ? ਨਹੀਂ, ਹਾਲੇ ਫਿਲਹਾਲ ਜੋ ਅਸੀਂ ਇਸ ਸਮੇਂ ਤੱਕ ਫਾਈਲ ਲਾ ਰਹੇ ਹਾਂ 40 ਦੇ ਬੇਸ ਤੇ ਲਾ ਰਹੇ ਹਾਂ। ਤੇ 5 ਅਕਤੂਬਰ ਤੋਂ ਬਾਅਦ 5 ਅਕਤੂਬਰ ਤੋਂ ਬਾਅਦ ਹਾਲੇ ਇਨੀਸ਼ੀਅਲੀ ਯੂਨੀਵਰਸਿਟੀਜ਼ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਅਗਰ 5 ਨੂੰ ਗਾਈਡਲਾਈਨਸ ਆਉਣੀਆਂ ਹੁੰਦੀਆਂ। ਬਟ ਯੂਕੇ ਦੀ ਇੱਕ ਤੁਸੀਂ ਸਮਝ ਲਓ ਕਿ ਜਿਵੇਂ ਕੈਨੇਡਾ ਨੇ ਕੁਝ ਕਰਨਾ ਤਾਂ 6 ਮਹੀਨੇ ਸਾਲ ਪਹਿਲੇ ਦੱਸਦੀ ਹੈ ਕਿ ਤੁਸੀਂ ਸੈਪਟੈਂਬਰ ਸੈਸ਼ਨ ਹੈ ਜੀ, ਜਨ ਤੋਂ ਮੈਂ ਐਵੇਂ ਸ਼ੁਰੂ ਕਰਾਂਗਾ। ਪਰ ਯੂਕੇ ਦੀ ਗੱਲ ਇਹ ਹੈ ਕਿ ਤੁਸੀਂ ਦਿਨੇ ਹੀ ਪਤਾ ਲੱਗ ਜਾਂਦਾ ਵੀ ਕੱਲ੍ਹ ਤੋਂ ਪਹਿਲੇ 1 ਦਿਨ ਪੁਰਾਣੇ ਫੰਡ ਸੀ, ਫਿਰ ਸ਼ਾਮ ਨੂੰ ਆ ਜਾਂਦਾ ਕਿ ਕੱਲ੍ਹ ਤੋਂ ਅਸੀਂ 28 ਦਿਨ ਪੁਰਾਣੇ ਲਾਂਗੇ। ਤਾਂ ਯੂਕੇ ਵਿੱਚ ਇਹ ਪੋਸੀਬਿਲਿਟੀਜ਼ ਰਹਿੰਦੀਆਂ। ਜਿਨ੍ਹਾਂ ਨੇ ਤਾਂ ਆਇਲਸ ਕੀਤੀ ਹੋਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਸਿਰਫ ਪ੍ਰੋਬਲਮ ਇੱਥੇ ਆਏਗੀ ਕਿ 10 ਪੁਆਇੰਟ ਸ਼ਾਇਦ ਇੰਗਲਿਸ਼ ਦੇ ਐਡ ਹੋਣਗੇ। ਜੇ ਇੰਗਲਿਸ਼ ਦੇ ਐਡ ਹੋਣਗੇ ਤਾਂ ਉਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਇੰਗਲਿਸ਼ ਨੂੰ ਕਿਸ ਤਰ੍ਹਾਂ ਅਸੈਸ ਕਰਨਗੇ। ਯੂਨੀਵਰਸਿਟੀਜ਼ ਕੋਲ ਪਾਵਰ ਹੋਏਗੀ ਇੰਗਲਿਸ਼ ਅਸੈਸ ਕਰਨ ਦੀ, ਜਾਂ ਸਿਰਫ ਆਇਲਸ, ਪੀਟੀ ਜਾਂ ਟੋਫਲ ਨੂੰ ਹੀ ਉਹ ਵੈਲਿਡ ਮੰਨਣਗੇ ਫॉर ਇੰਗਲਿਸ਼। ਇਹ ਚੀਜ਼ ਜੋ ਹੈ ਉਹ ਪ੍ਰੋਪਰ ਕਲੀਅਰੈਂਸ ਦੇਗੀ ਹਾਈ ਕਮਿਸ਼ਨ। ਤਾਂ ਹਾਲ ਫਿਲਹਾਲ ਤੁਸੀਂ ਅਪਲਾਈ ਕਰੋ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇੰਨੀ ਜਲਦੀ ਇੰਨਾ ਵੱਡਾ ਚੇਂਜਸ ਕਰ ਦੇਣਗੇ, ਕਿਉਂਕਿ ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਜੈਨ ਦੇ ਆਫਰ ਦਿੱਤੇ ਹੈ, ਕੈਸ਼ ਵੀ ਦੇ ਦਿੱਤੇ ਹੈ। ਅਗਰ ਕੈਸ਼ ਆ ਰਿਹਾ ਤਾਂ ਥਰੂ ਹਾਈ ਕਮਿਸ਼ਨ ਆ ਰਿਹਾ, ਤਾਂ ਜੈਨ ਦੇ ਅਗਰ ਕੈਸ਼ ਇਸ਼ੂਜ਼ ਨੇ ਤਾਂ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ। ਹਾਲੇ ਇੰਨੀ ਕੋਈ ਤੁਹਾਨੂੰ ਸੋਚਣ ਦੀ ਜ਼ਰੂਰਤ ਨਹੀਂ ਹੈ। ਹਾਂ, ਉਹ ਬੱਚੇ ਜ਼ਰੂਰ 2-4 ਦਿਨ ਵੇਟ ਕਰ ਸਕਦੇ ਆ ਜੋ ਸਟਾਰਟ ਕਰਨੇ ਜਾ ਰਹੇ ਆ ਪ੍ਰੋਸੈਸ, ਕਿ ਮੈਂ ਸਟਾਰਟ ਕਰਨ ਲੱਗਾ ਤਾਂ 2 ਦਿਨ 3 ਦਿਨ ਵਿੱਚ ਕੋਈ ਫਰਕ ਨਹੀਂ ਪੈਂਦਾ, ਤੁਸੀਂ ਵੇਟ ਕਰ ਸਕਦੇ ਹੋ, 5 ਵੀ ਆਈ ਜਾਣੀ ਜੀ। ਕਾਲਸ ਲੈਣੇ ਵਾਲੀ। ਹੈਲੋ, ਮੇਰੇ ਖਿਆਲ ਆਪਾਂ ਫੋਨ ਇੱਕਦਮ ਹੀ ਚੱਕ ਲਿਆ ਜੀ, ਆਪਸ 'ਚ ਲੱਗੇ ਹੋਏ ਸੀ। ਸੋ ਜਦੋਂ ਕਾਲ ਲਾਉਂਦੇ ਹੋ ਜੀ, ਕਾਈਂਡਲੀ ਜਿਹੜਾ ਧਿਆਨ ਥੋੜ੍ਹਾ ਜਿਹਾ ਕਾਲ ਵੱਲ ਦਿਆ ਕਰੋ। ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਨੂੰ ਕਾਲ ਦਾ ਜਵਾਬ ਦੇਣਾ, ਬਟ ਰੇਂਜ ਵਿੱਚ ਰਹਿ ਕੇ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਜੀ ਮੈਮ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਅਮਨ ਗੱਲ ਕਰ ਰਹੀ ਹਾਂ। ਜੀ ਮੈਮ। ਹਾਂਜੀ ਸਰ, ਮੈंने ना ग्रेजुएशन कंप्लीट की हुई है 18 बीए की है जी? 2000। हाँ जी जी। और मेरे 54% है जी मैम। और मैं विदाउट आइल्स पे यूके का अप्लाई करना है, पॉसिबल है? +2 ਵਿੱਚ ਕਿੰਨੇ ਹੈ ਜੀ ਔਰ ਇੰਗਲਿਸ਼ ਵਿੱਚ ਕਿੰਨੇ? +2 ਕਦੋਂ ਹੈ ਜੀ? ਕਿੰਨੇ % ਓਵਰਆਲ? ਇੰਗਲਿਸ਼ ਕਿੰਨੇ? 66 मेरे ओवरऑल है नहीं, और इंग्लिश ਵਿੱਚ सेकंड है 52 आउट ऑफ 100। 52 ओके। 62 आउट ऑफ 100। ओके। और आइल्स नहीं ਕੀਤੀ ਹੈ? ਨਹੀਂ ਕੀਤੀ। 18 ਤੋਂ 20 ਕੀ ਕੀਤਾ ਜੀ? तो फ्री सीगी सर मैं कंप्लीटली। अच्छा, गैप है? हाँ जी। ਅੱਛਾ, ਠੀਕ ਹੈ, ਓਕੇ। ਦੇਖੋ, ਦੋ ਤਿੰਨ ਚੀਜ਼ਾਂ ਤੁਹਾਡੇ ਵਿੱਚ ਜੋ ਚੈਲੰਜਿੰਗ ਨੇ। ਪਹਿਲੀ ਚੀਜ਼ ਤਾਂ ਸਾਨੂੰ ਸਬਜੈਕਟ ਵਾਈਜ਼ ਨੰਬਰ ਦੇਖਣੇ ਪੈਣਗੇ ਗ੍ਰੈਜੂਏਸ਼ਨ ਵਿੱਚ ਵੀ, ਕਿਉਂਕਿ ਨੰਬਰ ਜੇ ਸਟੇਟ ਬੋਰਡ ਹੈ ਤਾਂ ਫਿਰ ਬਹੁਤ ਔਖਾ, ਕਿਉਂਕਿ ਯੂਨੀਵਰਸਿਟੀ ਨੂੰ ਕਨਵਿੰਸ ਕਰਨਾ। ਸੈਕਿੰਡ ਚੀਜ਼, ਫਾਊਂਡੇਸ਼ਨ ਇੱਕ ਰਸਤਾ ਹੈ ਤੁਹਾਡੇ ਕੋਲ, ਯੂਨੀਵਰਸਿਟੀ ਫਾਊਂਡੇਸ਼ਨ ਪ੍ਰੋਗਰਾਮ, ਦੈਨ ਫॉर ਮੇਨ ਕੋਰਸ। ਇਹ ਜ਼ਰੂਰ ਮੈਂ ਸਮਝਾ ਦੇਣਾ ਚਾਹੁੰਦਾ ਕਿ ਯੂਨੀਵਰਸਿਟੀ ਅਗਰ ਫਾਊਂਡੇਸ਼ਨ ਦਿੰਦੀ ਹੈ ਤਾਂ ਉਹ ਕੋਸਟਲੀ ਪੈਂਦਾ। ਤਾਂ ਮੇਰੀ ਇੱਕ ਜੈਨੂਇਨ ਰਾਏ ਹੈ ਕਿ
2.5-3 ਲੱਖ 4 ਲੱਖ ਲੈਂਗੁਏਜ ਤੇ ਲਾਉਣ ਦੀ ਬਜਾਏ ਜੇ ਤੁਸੀਂ ਆਇਲਸ ਦੀ ਡੇਟ ਬਹੁਤ ਈਜ਼ੀਲੀ ਮਿਲ ਰਹੀ ਹੈ, ਇੱਕ ਵਾਰੀ ਆਇਲਸ ਅਟੈਂਪਟ ਕਰ ਲਓ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਆਇਲਸ ਨੂੰ ਲੈ ਕੇ ਵੀ ਹੈ, ਜੇ ਤੁਸੀਂ ਆਪਣੇ ਡ੍ਰੀਮ ਨੰਬਰਸ ਅਚੀਵ ਕਰਨਾ ਚਾਹੁੰਦੇ ਹੋ 666, 8887 ਤਾਂ ਤੁਸੀਂ ਸਾਡੀ ਅਸਿਸਟੈਂਸ ਲੈ ਸਕਦੇ ਹੋ। ਅਸੀਂ ਇੰਸ਼ੋਰ ਕਰਦੇ ਹਾਂ ਕਿ ਅਸੀਂ ਤੁਹਾਨੂੰ ਆਇਲਸ ਦੇ ਵਿੱਚ ਵੀ ਹੈਲਪ ਕਰਾਂਗੇ ਔਰ ਜੋ ਵੀ ਤੁਹਾਡੇ ਡ੍ਰੀਮ ਨੰਬਰਸ ਆ ਉਹ ਤੁਹਾਨੂੰ ਲੈਣ ਵਿੱਚ 100% ਤੁਹਾਡੀ ਹੈਲਪ ਹੁਣ ਕਰਾਂਗੇ। ਜਿਵੇਂ ਆਇਲ ਸੈਂਟਰ ਬੰਦ ਨੇ ਭਾਜੀ, ਬਿਲਕੁਲ ਉਹਦੇ ਕਰਕੇ ਵੀ ਪ੍ਰੋਬਲਮਸ ਆ ਰਹੀਆਂ ਬੱਚੇ ਨੂੰ ਅਚੀਵ ਬਿਲਕੁਲ, ਕਰਨ ਦੀ। ਕਿਉਂਕਿ ਐਕਚੁਅਲੀ ਕੀ ਹੈ ਕਿ ਜੋ ਸ਼ੁਰੂ ਤੋਂ ਸਾਡਾ ਬੱਚਾ ਪੜ੍ਹ ਰਿਹਾ ਉਹ ਇੱਕ ਪ੍ਰੋਪਰ ਐਟਮੋਸਫੇਅਰ ਵਿੱਚ ਪੜ੍ਹਦਾ, ਸਕੂਲ ਗਿਆ, ਕਾਲਜ ਗਿਆ, ਕਲਾਸਿਸ ਪੜ੍ਹਿਆ, ਜਾਂ ਜਿੰਨੇ ਆਇਲਸ ਕਰ ਰਹੇ ਨੇ 9 to 6 ਪੜ੍ਹਦੇ ਨੇ, ਪ੍ਰੋਪਰ ਐਟਮੋਸਫੇਅਰ ਬਣਦਾ। ਆਨਲਾਈਨ ਐਟਮੋਸਫੇਅਰ ਨਹੀਂ ਬਣ ਪਾ ਰਿਹਾ, ਇਸ ਲਈ ਬੱਚਾ ਆਇਲਸ ਦੇਣੇ ਤੋਂ ਵੀ ਮੈਂ ਕਹਿ ਰਿਹਾ 2020 ਵਾਲਾ ਬੱਚਾ ਤਾਂ ਹਾਲੇ ਅੱਗੇ ਆਇਆ ਹੀ ਨਹੀਂ। ਉਹ ਸਿਰਫ ਇਸ ਵੇਟ ਵਿੱਚ ਹੈ ਕਿ ਕਦੋਂ ਆਇਲ ਸੈਂਟਰ ਖੁੱਲ੍ਹਣਗੇ। ਮੈਂ ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਜੋ ਸ਼ਹਿਰਾਂ ਵਿੱਚ ਜਾ ਕੇ ਆਇਲਸ ਕਰਾਂਗਾ ਔਰ ਬਾਹਰ ਜਾਵਾਂਗਾ। ਤਾਂ ਅਗਰ ਤੁਹਾਨੂੰ ਆਇਲਸ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਸਾਡੇ ਨਾਲ ਮਿਲ ਸਕਦੇ ਹੋ। ਆਇਲਸ ਦੀ ਵੀ ਪ੍ਰੋਬਲਮ ਅਸੀਂ ਤੁਹਾਡੇ ਹੱਲ ਕਰਕੇ ਦਾਂਗੇ ਜੀ। ਭਾਜੀ ਇੱਕ ਹੋਰ ਚੀਜ਼, ਜਦੋਂ ਆਇਲਸ ਨੂੰ ਲੈ ਕੇ ਗੱਲ ਆਉਂਦੀ ਹੈ ਤਾਂ ਬੱਚੇ ਇਹ ਗੱਲੋਂ ਵੀ ਕਨਫਿਊਜ਼ ਨੇ ਵੀ ਹੁਣ ਜਿਹੜੀ ਅਸੀਂ ਆਨਲਾਈਨ ਕਲਾਸਿਸ ਲਾ ਰਹੇ ਹਾਂ ਇਹਦੇ 'ਚ ਰਿਜ਼ਲਟ ਨਹੀਂ ਆ ਪਾ ਰਹੇ, ਦੁਬਾਰਾ ਆਇਲਸ ਦੇਵਾਂਗੇ ਕਦੋਂ ਖੁੱਲ੍ਹਣਗੇ, ਸਾਡਾ ਇਨਟੇਕ ਤਾਂ ਨਹੀਂ ਮਿਸ ਹੋ ਜਾਏਗਾ? ਦੇਖੋ, ਪਹਿਲੀ ਗੱਲ ਇਹ ਹੈ ਕਿ ਅਗਰ ਆਇਲਸ ਤੁਸੀਂ ਸਾਡੇ ਥਰੂ ਆਇਲਸ ਦੀ ਅਸਿਸਟੈਂਸ ਲੈਣੀ ਹੋ ਤਾਂ ਤੁਹਾਨੂੰ ਦੁਬਾਰਾ ਨਹੀਂ ਕਰਨਾ ਪਏਗਾ, ਇਨਟੇਕ ਤੁਹਾਡਾ ਮਿਸ ਨਹੀਂ ਹੋਏਗਾ। ਐਡੀ ਕਿਹੜੀ ਭਾਜੀ ਜਿਹੜੀ ਖਾਸ ਚੀਜ਼ ਉਹਦੇ 'ਚ ਦੱਸ ਰਹੇ ਹੋ? ਦੇਖੋ, ਕੁਝ ਚੀਜ਼ਾਂ ਇਹ ਕਹਿੰਦੇ ਕਿ ਆਪਦੀ ਬਿਹਾਈਂਡ ਦਾ ਕਰਟਨਸ ਹੁੰਦੀਆਂ, ਐਕਸਕਲੂਸਿਵ ਆਪਣੀਆਂ ਹੁੰਦੀਆਂ, ਐਕਸਕਲੂਸਿਵ ਰਾਈਟਸ ਹੁੰਦੇ, ਤਾਂ ਉਹ ਅਸੀਂ ਤੁਹਾਨੂੰ ਜ਼ਰੂਰ ਕਰਾਂਗੇ। ਉਹਦੇ ਵਿੱਚ ਤੁਹਾਡਾ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਅਸੀਂ ਤਾਂ ਕਿਸੇ ਵੀ ਤਰ੍ਹਾਂ ਦੇ ਚਾਰਜਸ ਤੁਹਾਡੇ ਤੋਂ ਕਲੇਮ ਨਹੀਂ ਕਰਨੇ। ਤਾਂ ਤੁਸੀਂ ਇੱਕ ਵਾਰੀ ਜ਼ਰੂਰ ਆਇਲਸ ਨੂੰ ਲੈ ਕੇ ਵੀ ਗੱਲ ਕਰ ਸਕਦੇ ਜੀ। ਸੋ ਆਇਲਸ ਨੂੰ ਲੈ ਕੇ ਵੀ ਕੋਈ ਗਾਈਡੈਂਸ ਚਾਹੁੰਦੇ ਹੋ ਤਾਂ ਫ੍ਰੀ ਆਫ ਕਾਸਟ ਗਾਈਡੈਂਸ ਮਿਲੇਗੀ ਜੀ ਤੁਹਾਨੂੰ। ਤੁਸੀਂ ਸੈਟਲਿੰਗ ਅਬਰਾਡ ਦੀ ਸਰਵਿਸ ਲੈਣਾ ਚਾਹੁੰਦੇ ਹੋ ਗਾਈਡੈਂਸ ਪ੍ਰਤੀ ਤਾਂ ਲੈ ਸਕਦੇ ਹੋ। ਭਾਜੀ ਕੈਨੇਡਾ ਨੂੰ ਲੈ ਕੇ ਕੀ ਸਿਨੈਰੀਓ ਚੱਲ ਰਿਹਾ? ਦੇਖੋ, ਕੈਨੇਡਾ ਨੂੰ ਲੈ ਕੇ ਮੈਂ ਸ਼ੁਰੂ ਕੀਤਾ ਸੀ, ਸ਼ਾਇਦ ਮੈਂ ਇੱਕ ਸੀਗਾ ਕੰਸਲਟੈਂਟ ਕਹਿ ਦੋ ਸਾਰਿਆਂ ਵਿੱਚੋਂ, ਕਿ ਮੈਂ ਕਹਿ ਰਿਹਾ ਸੀ ਕਿ ਰੁਕ ਜਾਓ, ਫਾਈਲ ਨਾ ਲਾਓ। ਅੱਜ ਉਹੀ ਗੱਲ ਹੋ ਗਈ, ਹਰ ਬੰਦਾ ਇਹ ਗੱਲ ਕਹਿ ਰਿਹਾ ਕਿ ਫਾਈਲ ਨਾ ਲਾਓ। ਬਿਕੋਜ਼ ਮੈਂ ਪਿਛਲੇ ਸ਼ੋਅ ਵਿੱਚ ਵੀ ਦੱਸਿਆ, ਤੁਹਾਡੇ ਨਾਲ ਗੱਲ ਹੋਈ ਜਦੋਂ ਆਨਲਾਈਨ ਅਸੀਂ ਬੈਠੇ ਸੀ। ਮੈਂ ਅੱਜ ਵੀ ਕਹਿ ਰਿਹਾ ਕਿ ਥੋੜ੍ਹਾ ਜਿਹਾ ਵੇਟ ਕਰੋ, ਕਿਉਂਕਿ ਜੈਨ ਵਿੱਚ ਸਾਡੇ ਕੋਲ ਟਾਈਮ ਹੈ। ਜੈਨ ਵਿੱਚ ਅਸੀਂ ਦੱਸਾਂਗੇ ਇੱਥੋਂ ਹੀ ਇਸ ਇੰਨੇ ਵੱਡੇ ਪਲੇਟਫਾਰਮ ਤੋਂ ਸਭ ਤੋਂ ਪਹਿਲੇ ਅਪਡੇਟ ਇਸ ਪਲੇਟਫਾਰਮ ਤੋਂ ਤੁਹਾਨੂੰ ਮਿਲਦੀ ਹੈ। ਇਸ ਪਲੇਟਫਾਰਮ ਨਾਲ ਜੁੜ ਕੇ ਰਹੋ, ਅਪਡੇਟ ਦਾਂਗੇ ਕਿ ਤੁਸੀਂ ਫਾਈਲ ਕਦੋਂ ਲਾਣੀ ਹੈ, ਕਿਉਂਕਿ ਹਾਲੇ ਜੋ ਫਾਈਲ ਹੈ ਉਹਨੂੰ ਹੋਲਡ ਕਰੋ, ਕਿਉਂਕਿ ਬਹੁਤ ਅੱਛੀ ਪ੍ਰੋਫਾਈਲਸ ਮੈਂ ਦੱਸਿਆ ਕਿ ਜਦੋਂ ਸੌਫਟਵੇਅਰ ਅਸੈਸ ਕਰਦਾ ਹੈ ਤੁਹਾਡਾ ਕੋਈ ਗੈਪ ਹੈ, ਤੁਹਾਡੇ ਬੈਂਡ ਘੱਟ ਹੈ, ਤੁਹਾਡਾ ਕੋਈ ਡਾਕੂਮੈਂਟ ਜੋ ਵੈਰੀਫਾਈ ਨਹੀਂ ਹੋ ਸਕਦਾ, ਜਿਹਦੀ ਪ੍ਰੋਗਰਾਮਿੰਗ ਉਹ ਸੌਫਟਵੇਅਰ ਵਿੱਚ ਨਹੀਂ ਹੈ, ਤਾਂ ਉਹ ਤੁਹਾਨੂੰ ਰਿਫਿਊਜ਼ ਕਰ ਦਿੰਦਾ, ਕਿਉਂਕਿ ਉਹਨੂੰ ਫਾਲਸ ਡਾਕੂਮੈਂਟ ਦੀ ਕੈਟਾਗਰੀ ਵਿੱਚ ਕਾਊਂਟ ਕਰਕੇ ਰਿਫਿਊਜ਼ ਕਰ ਦਿੰਦਾ। ਤਾਂ ਇਸ ਲਈ ਇਹ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਬਹੁਤ ਵਾਰ ਦੱਸਿਆ, ਖਾਸ ਕਰ ਜਦੋਂ ਅਸੀਂ ਸਰਟੀਫਿਕੇਟ ਕੋਰਸ ਕਰਦੇ ਹਾਂ ਔਰ ਉਹਨੂੰ ਡਿਪਲੋਮੇ ਦਾ ਨਾਂ ਹੁੰਦਾ ਐਡਵਾਂਸ ਡਿਪਲੋਮਾ। ਮੈਂ ਬਹੁਤ ਵਾਰ ਕਿਹਾ ਕਿ ਡਿਪਲੋਮਾ ਜੋ ਹੈ, ਜਦੋਂ ਡਿਪਲੋਮਾ ਸੌਫਟਵੇਅਰ ਕੋਲ ਨਾਮ ਆ ਜਾਂਦਾ ਤਾਂ ਉਹ ਯੂਨੀਵਰਸਿਟੀ ਨਾਲ ਕਨੈਕਟ ਕਰ ਦਿੰਦਾ। ਫਿਰ ਜਦੋਂ ਇੱਕ ਰਜਿਸਟਰਡ ਸੁਸਾਇਟੀ ਜਾਂ ਇੱਕ ਕੰਪਿਊਟਰ ਸੈਂਟਰ ਉਹਨੂੰ ਐਫੀਲੀਏਸ਼ਨ ਦਿੰਦਾ ਤਾਂ ਉਹ ਐਫੀਲੀਏਸ਼ਨ ਨੂੰ ਉਹ ਨਹੀਂ ਮੰਨਦਾ। ਬੜੇ ਸਾਰੇ ਐਸੇ ਕਾਰਨ ਆ ਜਿਹਦੇ ਵਿੱਚ 2 ਵਿੱਚ 5.5 ਹੈ, 1 ਵਿੱਚ 5 ਹੈ, ਓਵਰਆਲ 6.5 ਹੈ, 1 ਵਿੱਚ 5 ਹੈ। ਬੜੀ ਸਾਰੀ ਚੀਜ਼ਾਂ ਨੇ, ਗੈਪ ਹੈ, ਗੈਪ ਦਾ ਡਾਕੂਮੈਂਟ, SOP ਹੈ। ਤਾਂ ਬੜੇ ਸਾਰੇ ਜੋ ਪ੍ਰੋਗਰਾਮਿੰਗ ਹੈ, ਜੋ ਹਰ ਤਰ੍ਹਾਂ ਦੀ ਪ੍ਰੋਗਰਾਮਿੰਗ ਕੰਪਿਊਟਰ ਵਿੱਚ ਨਹੀਂ ਹੋ ਸਕਦੀ, ਤਾਂ ਉਸ ਲਈ ਉਹਦਾ ਬਹੁਤ ਲੈਵਲ ਤੱਕ ਅਸੀਂ ਕਰ ਚੁੱਕੇ ਹਾਂ, ਬਟ ਬਹੁਤ ਜਲਦੀ ਉਹਦਾ ਹੱਲ ਲੈ ਕੇ ਸਾਹਮਣੇ ਆਵਾਂਗੇ। ਮੁੱਖ ਦਾ ਨਿਚੋੜ ਕੀ ਦੱਸਣਾ ਚਾਹੁੰਦੇ ਹੋ ਪੇਰੈਂਟਸ ਇਸ ਟਾਈਮ ਤੁਹਾਡੀ? ਹਾਲੇ ਮੈਂ ਸਿਰਫ ਇੰਨਾ ਕਹਿ ਰਿਹਾ ਕਿ ਕੁਝ ਟਾਈਮ ਸਿਰਫ 10-15 ਦਿਨ ਵੇਟ ਕਰਨ, ਹਾਲੇ ਫਾਈਲ ਨਹੀਂ। ਤੁਸੀਂ ਲਾਸਟ ਸ਼ੋਅ 'ਚ ਗੱਲ ਕੀਤੀ ਸੀ ਕਿ ਮੇਰੇ ਨਾਲ ਵੀ ਕੁਝ ਟੈਕਨੀਕਲ ਚੀਜ਼ਾਂ ਸਮਝ ਆਈਆਂ। ਬਿਲਕੁਲ, ਵੀ ਕਿਵੇਂ ਇਹਨੂੰ ਕਰਨਾ ਹੈ, ਕਿਵੇਂ ਉਹ ਅਸੈਸ ਕਰਦੀ ਹੈ ਜਿਹੜੀ ਸੌਫਟਵੇਅਰ ਹੈ, ਉਹਨੂੰ ਕਿਸ ਤਰ੍ਹਾਂ ਫਾਈਲ ਨੂੰ ਰਿਪਰੈਜ਼ੈਂਟ ਕਰਨਾ। ਬਿਲਕੁਲ, ਉਸ ਚੀਜ਼ ਨੂੰ ਲੈ ਕੇ ਕੀ ਰਿਜ਼ਲਟਸ ਆਏ? ਦੇਖੋ, ਉਸ ਦਾ ਰਿਜ਼ਲਟਸ ਹਾਲੇ ਸ਼ੁਰੂ ਹੈ। ਮੈਂ ਕਹਿ ਰਿਹਾ ਕਿ ਮੈਂ 80 to 90% ਜੋ ਹੈ ਉਹ ਕਰੈਕ ਕਰ ਚੁੱਕਿਆ, ਬਟ ਮੈਂ ਹੁਣ ਉਸ ਦਿਨ ਦੱਸਾਂਗਾ ਕਿ ਹੁਣ ਲਾ ਦਿਓ ਜਦੋਂ ਉਹਦੀ 100% ਮੇਰੇ ਕੋਲ ਪੂਰੀ ਫੀਡਬੈਕ ਹੋਏਗੀ ਕਿ ਇਸ ਤਰ੍ਹਾਂ ਫਾਈਲ ਲਾਈ, ਇਹ ਰਿਜ਼ਲਟ ਆਇਆ। ਤਾਂ ਵੀ ਆਰ ਸਟਿਲ ਰਿਸਰਚ ਐਂਡ ਡਿਵੈਲਪਮੈਂਟ ਬਹੁਤ ਵੱਡੇ ਪੱਧਰ 'ਤੇ ਹੈ, ਕਿਉਂਕਿ ਪੂਰਾ ਇਨਟੇਕ ਖੜਾ ਹੈ ਜਿਹਨੂੰ ਅਸੀਂ ਫਾਈਲ ਲਾਉਣੀ ਔਰ ਉੱਥੇ ਭੇਜਣਾ ਹੈ ਔਰ ਜਿਹਦੀ ਉਹਦੀ ਕਲਾਸਾਂ ਸ਼ੁਰੂ ਕਰਵਾਉਣੀਆਂ, EIPs ਆਉਣੇ ਆ। ਤਾਂ ਇਸ ਲਈ ਹਾਲੇ ਸਿਰਫ ਟਾਈਮ ਹੈ, 5-7 ਦਿਨ ਬੱਚੇ ਵੇਟ ਕਰਨ, ਅਸੀਂ ਦੱਸਾਂਗੇ ਕਿ ਕਦੋਂ ਸਟਾਰਟ ਕਰਨਾ, ਦੈਨ ਆਪਣੀ ਫਾਈਲ ਜੋ ਹੈ ਲਾਉਣ।
ਜੀ ਗੌਰਵ ਜੀ ਨੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਜੀ ਵੀ ਸੌਫਟਵੇਅਰ ਕਰਕੇ ਕੁਝ ਦਿੱਕਤਾਂ ਚੰਗੀ ਪ੍ਰੋਫਾਈਲ ਨੂੰ ਵੀ ਰਿਜੈਕਸ਼ਨ ਦੇਖਣ ਨੂੰ ਮਿਲ ਰਹੀਆਂ। ਇਹ ਨਾ ਦੇਖਣ ਨੂੰ ਮਿਲਣ, ਉਹਨਾਂ ਦਾ ਆਪਣਾ ਐਕਸਪੀਰੀਅੰਸ ਆ ਵੀ ਤੁਸੀਂ ਵੇਟ ਕਰ ਲਓ। ਉਹਨਾਂ ਸੰਬੰਧੀ ਵੀ ਕੋਈ ਜਾਣਕਾਰੀ ਚਾਹੀਦੀ ਹੈ, ਇਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ। ਹੈਲੋ ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਕਨਿਕਾ ਗੱਲ ਕਰ ਰਹੀ ਹਾਂ ਜਲੰਧਰ ਤੋਂ। ਜੀ ਮੈਮ। ਸਰ ਮੈਂ ਪੁੱਛਣਾ ਸੀ, ਮੈਂ ਪਲੱਸ ਕੀਤੀ ਆ ਹੁਣੇ 2020 ਦੇ ਵਿੱਚ। 68% ਨੰਬਰ ਆਇਆ ਮੇਰੇ ਕਮਰਸ ਦੇ ਨਾਲ। ਤੇ ਮੈਂ ਆਇਲਸ ਕੀਤੀ, ਉਹਦੇ ਵਿੱਚੋਂ ਓਵਰਆਲ 6 ਹੈ ਪਰ 2 ਚੋਂ 5.5 ਹੈ। ਮੈਂ ਪੁੱਛਣਾ ਸੀ ਕੈਨੇਡਾ ਦਾ ਹੋ ਸਕਦਾ ਮੇਰਾ ਸਰ? ਜੀ 2 ਚੋਂ 5.5 ਨੇ ਜੀ। ਹਾਂਜੀ 68 ਪੁਆਇੰਟ 2020 ਵਿੱਚ ਕੀਤੀ ਹੈ ਪਲੱਸ 2। ਹਾਂਜੀ ਹਾਂਜੀ ਬਿਲਕੁਲ ਠੀਕ ਹਾਂਜੀ ਹੈ। ਸਰ 2020। ਮੈਂ ਸਮਝਾਉਣਾ ਚਾਹੁੰਦਾ, ਬੜਾ ਸਿੰਪਲ ਹੈ। ਜਦੋਂ ਤੁਸੀਂ ਪਰਸੈਂਟੇਜ ਘੱਟ ਹੁੰਦੀ ਹੈ ਪਲੱਸ ਆਇਲਸ ਤੁਹਾਡੇ 2 ਵੀ 5.5 ਹੁੰਦਾ ਹੈ, ਉਦੋਂ ਤੁਹਾਡਾ ਜੋ ਐਜੂਕੇਸ਼ਨ ਪ੍ਰੋਵਾਈਡਰ ਹੈ ਉਹ ਬੜਾ ਸਟਰੋਂਗ ਹੋਣਾ ਚਾਹੀਦਾ ਹੈ। ਹੁਣ ਗੱਲ ਇਹ ਹੈ ਕਿ ਤੁਸੀਂ ਕੰਪੀਟ ਕਿਹਦੇ ਨਾਲ ਕਰਨਾ। ਤੁਸੀਂ ਐਸੀ ਜਗ੍ਹਾ ਚਲੇ ਗਏ ਜਿੱਥੇ ਸਾਲ ਦਾ 4000 5000 6000 ਬੱਚਾ ਜਾ ਰਿਹਾ ਹੈ, ਜਾਂ ਤਾਂ ਫਿਰ ਤੁਹਾਡੇ ਕੋਲ ਡਿਗਰੀ ਪ੍ਰੋਗਰਾਮ ਹੋਵੇ, ਜਾਂ ਫਿਰ ਸੇਮ ਪੈਟਰਨ ਵਿੱਚ 400 500 ਜਿਸ ਕੈਂਪਸ ਵਿੱਚ ਬੱਚਾ ਪੜ੍ਹ ਰਿਹਾ ਪ੍ਰੋਵਿੰਸ ਵਿੱਚ ਉੱਥੇ ਜਾਓ। ਸੈਕਿੰਡ, ਕਿਊਬਿਕ ਇੱਕ ਅੱਛੀ ਜਗ੍ਹਾ ਹੈ ਜਿਹਦੇ 3 ਸਾਲ ਦੀ ਪੜ੍ਹਾਈ ਤੋਂ ਬਾਅਦ ਤੁਹਾਨੂੰ PR ਲਈ ਨੋਮੀਨੇਟ ਹੋ ਜਾਓਗੇ। ਕਿਊਬਿਕ ਵਿੱਚ ਬੜੇ ਯੂਨੀਕ ਕਾਲਜਸ ਲੈ ਕੇ ਆਏ ਹਾਂ, ਕੰਪਿਊਟਰ ਦਾ ਕੋਰਸ ਲੈ ਕੇ ਆਏ ਹਾਂ ਜਿਹਦੇ ਤੁਸੀਂ ਸੈਟਰਡੇ ਸੰਡੇ ਪੜ੍ਹਨਾ ਹੈ ਔਰ 3 ਸਾਲ ਦੀ ਸਟੱਡੀ ਹੈ। 3 ਸਾਲ ਬਾਅਦ ਵੈਸੇ ਤੁਹਾਨੂੰ 2 ਸਾਲ ਦਾ ਜੋ ਹੈ ਉਹ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ, ਬਟ ਡੈਫੀਨੇਟਲੀ ਕਿਊਬਿਕ ਵਿੱਚ 3 ਸਾਲ ਬਾਅਦ ਤੁਸੀਂ PR ਲਈ ਨੋਮੀਨੇਟ ਹੋ ਜਾਂਦੇ ਹੋ। ਸੈਕਿੰਡ ਚੀਜ਼, ਐਸੋਸੀਏਟ ਡਿਗਰੀ ਵੀ ਤੁਹਾਡੇ ਲਈ ਇੱਕ ਬਹੁਤ ਵਧੀਆ ਆਪਸ਼ਨ ਹੈ, ਕਿਉਂਕਿ ਐਸੋਸੀਏਟ ਡਿਗਰੀ ਜਦੋਂ ਯੂਨੀਵਰਸਿਟੀ ਦੀ ਗੱਲ ਆ ਜਾਂਦੀ ਹੈ ਫਿਰ ਯੂਨੀਵਰਸਿਟੀ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੁੰਦਾ ਹੈ। ਸੈਕਿੰਡ ਚੀਜ਼, ਲੈਟਸ ਸਪੋਜ਼ ਤੁਸੀਂ ਕਾਲਜ ਲਾਇਆ, ਕਾਲਜ ਦੇ 2 ਕੈਂਪਸ ਹੈ, ਇੱਕ ਕੈਂਪਸ ਜਿਹਦੇ 'ਚ 4000 ਬੱਚਾ ਪੜ੍ਹ ਰਿਹਾ ਹੈ, ਇੱਕ ਕੈਂਪਸ ਜਿਹਦੇ 400 ਬੱਚਾ ਪੜ੍ਹ ਰਿਹਾ ਹੈ। ਆਟੋਮੈਟਿਕ 400 ਵਾਲੇ 'ਚ ਤੁਹਾਡਾ ਕੰਪੀਟੀਸ਼ਨ ਘੱਟ ਹੈ। ਜਦੋਂ ਤੁਸੀਂ 4000 ਵਾਲੇ ਬੱਚੇ ਲਾ ਦੋਗੇ ਫਿਰ 80% 90% ਵਾਲਾ ਕੰਪੀਟੀਸ਼ਨ ਵਿੱਚ ਵੀ ਆਊਗਾ, 6 ਬੈਂਡ ਈਚ ਵਾਲਾ ਵੀ ਆਊਗਾ। ਫਿਰ ਵੀਜ਼ਾ ਅਫਸਰ ਕੋਲ ਚੁਆਇਸ ਵੱਧ ਜਾਂਦੀ ਹੈ, ਫਿਰ ਵੀਜ਼ਾ ਦੀ ਆਟੋਮੈਟਿਕ ਵੀਜ਼ਾ ਦੇ ਚਾਂਸਸ ਜੋ ਹੈ ਉਹ ਕਈ ਵਾਰ ਬੱਚੇ ਦੇ ਡਿਕਰੀਜ਼ ਹੋ ਜਾਂਦੇ ਹੈ। ਤਾਂ ਬਹੁਤ ਸੋਚ ਸਮਝ ਕੇ ਫਾਈਲ ਲਾਣੀ, ਕਿਉਂਕਿ ਕੋਰਸ ਕਿੱਥੇ ਲਾਣਾ ਹੈ, ਕੋਰਸ ਕਿਹੜਾ ਲੈਣਾ ਹੈ ਔਰ ਕੋਰਸ ਕਿਹੜੇ ਕੈਂਪਸ ਵਿੱਚ ਪੜ੍ਹਨਾ ਹੈ, ਇਹਦੇ ਬੜੇ ਜ਼ਿਆਦਾ ਬਹੁਤ ਜ਼ਿਆਦਾ ਸੋਚ ਸਮਝ ਕੇ ਲਾਣਾ ਪੈਂਦਾ ਹੈ, ਕਿਉਂਕਿ ਸਾਰਾ ਵੀਜ਼ਾ ਹੀ ਡਿਪੈਂਡ ਇਸ 'ਤੇ ਹੁੰਦਾ ਹੈ। ਭਾਜੀ ਹੁਣ ਜਿਹੜੇ ਬੱਚਿਆਂ ਦੇ AIP ਆਈਆ ਹੋਇਆ, ਬਿਲਕੁਲ ਉਹਨਾਂ ਨੂੰ ਗਾਈਡ ਕੀ ਕਰਨਾ ਚਾਹੁੰਦੇ ਹੋ? ਕਲਾਸਿਸ ਲਾਉਣ ਜਾਂ ਡੈਫਰ ਕਰਾ? ਨਹੀਂ ਕਲਾਸਿਸ 100% ਲਾਉਣ। ਅਗਰ ਡੈਫਰ ਕਰਾਉਣਗੇ ਤਾਂ ਫਿਰ ਦੁਬਾਰਾ ਤੋਂ ਡਾਕੂਮੈਂਟ ਸਬਮਿਟ ਕਰਾਉਣੇ ਪੈਣਗੇ, ਕਿਉਂਕਿ AIP ਇਜ਼ ਵੈਲਿਡ ਫॉर 1 ਇਨਟੇਕ। ਜਦੋਂ ਤੁਸੀਂ ਹੁਣੇ ਬੱਚੇ ਯਾਰਕਵਿਲ ਦੇ ਬੱਚੇ ਸੀ ਜਿਨ੍ਹਾਂ ਨੇ ਇੱਕ ਪੂਰਾ ਕੀਤਾ, ਉਸ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਸਬਮਿਸ਼ਨ ਲਈ ਮੰਗਾ ਲਏ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ, ਤੁਹਾਡੇ ਬਾਇਓਮੈਟ੍ਰਿਕਸ ਕੈਨੇਡਾ ਜਾ ਕੇ ਹੋ ਜਾਣਗੇ, ਕਿਉਂਕਿ ਕੈਨੇਡਾ ਵਿੱਚ ਬਾਇਓਮੈਟ੍ਰਿਕਸ ਓਪਨ ਹੋ ਗਏ ਨੇ। ਪਰ ਇੱਕ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਯੂਨੀਵਰਸਿਟੀ ਦੀ ਮੇਲ ਆਈਆਂ ਕਿ ਤੁਸੀਂ ਆਪਣਾ ਸਬਮਿਸ਼ਨ ਕਰਾਓ। ਤਾਂ ਇਹ ਸੈਕਿੰਡ ਚੀਜ਼ ਹੈ। ਫਸਟ, ਕਿਉਂਕਿ ਅਗਰ ਉਹ ਡੈਫਰ ਕਰਾ ਦਿੰਦੇ ਫਿਰ ਵੀ ਇਹ ਜੋਤੇ ਰਹਿੰਦੇ। ਦੂਜਾ, ਇੱਕ ਬੜਾ ਬੱਚਾ ਕਨਫਿਊਜ਼ ਹੋ ਰਿਹਾ ਕਿ AIP ਵੀਜ਼ਾ ਨਹੀਂ ਹੈ, AIP ਵੀਜ਼ਾ ਨਹੀਂ ਹੈ। AIP ਇਜ਼ ਵੀਜ਼ਾ। ਜਿਹਨੂੰ ਵੀਜ਼ਾ ਨਹੀਂ ਦੇਣਾ ਉਹਨੂੰ ਸਿੱਧੀ ਰਿਫਿਊਜ਼ਲ ਦੇ ਰਹੇ ਨੇ, ਉਹਨੂੰ AIP ਨਹੀਂ ਦੇ ਰਹੇ। ਸਿਰਫ AIP ਦੀ ਰਿਫਿਊਜ਼ਲ ਇਸ ਗੱਲ 'ਤੇ ਉਹ ਰੋਕ ਸਕਦੇ ਨੇ, ਕਿਉਂਕਿ AIP ਤੋਂ ਬਾਅਦ ਤੁਹਾਡੇ ਮੈਡੀਕਲ ਹੋਣਾ, PCC ਹੋਣੀ, ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹ ਪਹਿਲੇ ਵੀ ਸੀਗਾ, ਨਹੀਂ ਤਾਂ ਅਦਰਵਾਈਜ਼ ਜ਼ਿਆਦਾ ਚਾਂਸਸ ਨੇ ਵੀਜ਼ਾ ਹੀ ਆਣਾ ਹੀ ਆਣਾ ਹੈ। 100% ਚਾਂਸਸ ਨੇ। ਸੋ ਮਨ ਦੇ ਵਿੱਚ ਕੋਈ ਸਵਾਲ ਰਹਿ ਗਿਆ ਹੋਵੇ, ਡਾਇਰੈਕਟਲੀ ਇਹਨਾਂ ਦੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਮਾਂ ਨਹੀਂ ਅਲਾਉ ਕਰ ਰਿਹਾ ਗੌਰਵ ਭਾਜੀ, ਪਰ ਸ਼ੋਅ 'ਤੇ ਆਉਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ ਜੀ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।